ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਕੋਵਿਡ-19 ਨੇ ਸੰਸਾਰ ਭਰ ਤੇ ਕਾਫੀ ਅਸਰ ਪਾਇਆ ਹੈ। ਜਿੱਥੇ ਦੁਨੀਆ ਦੀ ਆਰਥਿਕਤਾ ਟੁੱਟ ਗਈ ਹੈ ਤੇ ਲੋਕ ਪਰੇਸ਼ਾਨ ਹਨ, ਉੱਥੇ ਇਸਦੇ ਹੋਰ ਵੀ ਬਹੁਤ ਮਾਰੂ ਅਸਰ ਹੋਏ ਹਨ। ਲੋਕ ਘਰਾਂ ਵਿੱਚ ਬੰਦ ਹਨ। ਲੰਬਾ ਸਮਾਂ ਲਾਕਡਾਊਨ ਰਿਹਾ ਦੁਨੀਆ ਭਰ ਦੇ ਮੁਲਕਾਂ ਵਿੱਚ, ਕਿਧਰੇ ਕਿੰਨਾ ਤੇ ਉਹਦੇ ਨਾਲ ਇਹ ਹੋਇਆ ਕਿ ਲਗਾਤਾਰ ਘਰਾਂ ਵਿੱਚ ਤੜੇ ਰਹਿਣ ਕਰਕੇ ਜਾਂ ਆਰਥਿਕਤਾ ਟੁੱਟਣ ਕਰਕੇ, ਸਮਾਜਿਕ ਤੌਰ ਤੇ ਇਕੱਲੇ ਰਹਿ ਜਾਣ ਕਰਕੇ ਜਾਂ ਇਕੱਲੇ ਪਰਿਵਾਰਾਂ ਵਿੱਚ ਹੀ ਰਹਿ ਜਾਣ ਕਰਕੇ ਮਾਨਸਿਕ ਤੌਰ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਉਹ ਕਾਫੀ ਦਿੱਕਤਾਂ ਮਹਿਸੂਸ ਕਰ ਰਹੇ ਹਨ। ਅਜਿਹੇ ਵਿੱਚ ਅਸੀਂ ਗੱਲਬਾਤ ਕਰਾਂਗੇ ਡਾਕਟਰ ਲੋਕਰਾਜ ਹੋਰਾਂ ਨਾਲ, ਜੋ ਇੰਗਲੈਂਡ ਵਿੱਚ ਮਾਨਸਿਕ ਸਿਹਤ ਦੇ ਡਾਕਟਰ ਨੇ। ਡਾਕਟਰ ਸਾਹਿਬ, ਡਾਕਟਰ ਲੋਕਰਾਜ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਟੀਵੀ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇੱਕ ਤਾਂ ਤੁਸੀਂ ਪਹਿਲਾਂ ਜਿਹੜਾ ਕਰਮ ਖੇਤਰ ਹੈ ਕਿ ਤੁਸੀਂ ਕਿੱਥੇ ਡਾਕਟਰ ਵਜੋਂ ਤੈਨਾਤ ਹੋ, ਤੇ ਤੁਹਾਡੀ ਪਤਨੀ ਡਾਕਟਰ ਸੁਲਿੰਦਰ ਕੌਰ ਵੀ ਮਾਨਸਿਕ ਸਿਹਤ ਦੇ ਡਾਕਟਰ ਨੇ। ਇੱਕ ਤਾਂ ਤੁਸੀਂ ਆਪਣਾ ਕਰਮ ਖੇਤਰ ਸਾਨੂੰ ਪਹਿਲਾਂ ਦੱਸ ਦਿਓ। ਮੈਂ ਇੱਥੇ ਇੰਗਲੈਂਡ ਦੇ ਵਿੱਚ ਇੱਕ ਸ਼ਹਿਰ ਹੈ ਮਿਲਟਨ ਕੀਨਸ, ਜਿਹੜਾ ਕਿ ਲੰਡਨ ਔਰ ਬਰਮਿੰਗਮ ਦੇ ਵਿਚਕਾਰ ਜਿਹਾ ਪੈ ਜਾਂਦਾ ਹੈ। ਮੈਂ ਉੱਥੇ ਕੰਮ ਕਰਦਾ ਅਡਲਟ ਮੈਂਟਲ ਹੈਲਥ ਵਿੱਚ। ਅਡਲਟ ਮੈਂਟਲ ਹੈਲਥ ਦਾ ਮਤਲਬ ਜਿਹੜੇ 18 ਸਾਲ ਤੋਂ ਉੱਪਰ ਦੇ ਲੋਕ ਹੈ, ਉਹਨਾਂ ਦੇ ਨਾਲ ਮੇਰਾ ਵਾਹ ਹੈ। ਤੇ ਮੇਰੀ ਵਾਈਫ ਇੱਥੋਂ ਲਾਗੇ ਹੀ ਇੱਕ ਸ਼ਹਿਰ ਹੈਗਾ ਬੈਡਫੋਰਡ, ਜਿਹੜਾ ਕਿ ਕੋਈ 20 ਮੀਲ ਹੋਣਾ ਇੱਥੋਂ, ਉੱਥੇ ਕੰਮ ਕਰਦੇ ਆ। ਉਹਨਾਂ ਦਾ ਕੰਮ ਬੱਚਿਆਂ ਦੇ ਨਾਲ ਹੈ। 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੈ, ਜਿਹੜੇ ਉਹਨਾਂ ਨੂੰ ਮਾਨਸਿਕ ਸਿਹਤ ਦੀਆਂ ਪ੍ਰੋਬਲਮਸ ਆਉਂਦੀਆਂ, ਉਹ ਉਹਨਾਂ ਨਾਲ ਕੰਮ ਕਰਦੇ ਆ। ਡਾਕਟਰ ਸਾਹਿਬ, ਤੁਸੀਂ ਕਵਿਤਾ ਲਿਖਦੇ ਹੋ ਪੰਜਾਬੀ ਵਿੱਚ ਅਤੇ ਪੰਜਾਬ ਦੇ ਵੱਡੇ ਮਸਲਿਆਂ ਨਾਲ ਲਗਾਤਾਰ ਵਾਹ ਵਾਸਤਾ ਰਹਿੰਦੇ ਹੋ। ਤੇ ਜਦੋਂ ਜੋ ਡਾਕਟਰ ਅਜਮੇਰ ਸਿੰਘ ਔਲਖ ਪੰਜਾਬੀ ਦੇ ਨਾਟਕਕਾਰ, ਰੰਗਕਰਮੀ ਅਤੇ ਲੋਕਾਂ ਦੇ ਆਗੂ ਰਹੇ ਨੇ, ਉਹਨਾਂ ਦੀ ਧੀ ਸੋਹਜ ਜੋ ਅਦਾਕਾਰ ਸੀ, ਉਹਨੇ ਜਦੋਂ ਖੁਦਕੁਸ਼ੀ ਕੀਤੀ ਤਾਂ ਤੁਸੀਂ ਇੱਕ ਲੰਬੀ ਚੌੜੀ ਪੋਸਟ ਸੋਸ਼ਲ ਮੀਡੀਆ ਤੇ ਪਾਈ ਸੀ ਕਿ ਕਿਸ ਤਰ੍ਹਾਂ ਦੀ ਬੰਦੇ ਦੀ ਸਥਿਤੀ ਬਣ ਜਾਂਦੀ ਹੈ, ਜਾਂ ਉਹ ਸਥਿਤੀਆਂ ਪੈਦਾ ਕਿਵੇਂ ਹੁੰਦੀਆਂ ਨੇ ਤੇ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਤੇ ਇਸ ਵੇਲੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵੇਲੇ ਦੇ ਜੋ ਦੌਰ ਚੱਲ ਰਿਹਾ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਲੋਕਾਂ ਨੂੰ ਕਰਨਾ ਚਾਹੀਦਾ, ਕਿਸ ਤਰ੍ਹਾਂ ਆਪਣਾ ਧਿਆਨ ਰੱਖਣਾ ਚਾਹੀਦਾ ਮਾਨਸਿਕ ਸਿਹਤ ਦਾ, ਇਹਦੇ ਬਾਰੇ ਸਾਨੂੰ ਜ਼ਰੂਰ ਕੁਝ ਦੱਸੋ। ਹਾਂਜੀ, ਮੈਨੂੰ ਯਾਦ ਹੈ ਉਸ ਵੇਲੇ ਸੁਇਸਾਈਡ ਬਾਰੇ ਕਾਫੀ ਡਿਸਕਸ਼ਨ ਚੱਲਦੀ ਸੀਗੀ, ਤੇ ਮੈਂ ਸੋਚਿਆ ਕਿ ਕਿਉਂਕਿ ਮੇਰਾ ਤਾਂ ਵਾਹ ਇਸ ਕਿੱਤੇ ਦੇ ਨਾਲ ਹੈ, ਇਸ ਖੇਤਰ ਦੇ ਨਾਲ ਹੈ, ਤੋ ਉਸ ਵੇਲੇ ਸਭ ਲੋਕਾਂ ਦੀ ਜਾਗਰੂਕਤਾ ਲਈ ਉਹ ਪੋਸਟ ਪਾਈ ਸੀ। ਤੋ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹ ਕੋਵਿਡ ਦੀ ਜਿਹੜੀ ਸਮੱਸਿਆ ਹੈ, ਇਸਨੇ ਲੋਕਾਂ ਨੂੰ ਬਹੁਤ ਸਾਰੇ ਪੱਖਾਂ ਤੋਂ ਪ੍ਰਭਾਵਿਤ ਕੀਤਾ। ਆਰਥਿਕ ਅਸਰ ਵੀ ਹੋਏ ਇਹਦੇ, ਔਰ ਲੋਕਾਂ ਦਾ ਕੰਮ ਚਲਾ ਗਿਆ। ਬਹੁਤ ਸਾਰੇ ਲੋਕ ਜਿਹੜੇ ਹੈ ਕੰਮ ਤੋਂ ਵਿਹਲੇ ਹੋ ਗਏ, ਔਰ ਸਭ ਤੋਂ ਵੱਡਾ ਜਿਹੜਾ ਮੁਸ਼ਕਲ ਆਈ ਲੋਕਾਂ ਨੂੰ ਆਰਥਿਕ ਪ੍ਰੋਬਲਮ ਦੇ ਨਾਲ ਲਾਕਡਾਊਨ ਕਰਕੇ, ਜਿਹੜਾ ਕਿ ਲੋਕਾਂ ਦਾ ਸੰਪਰਕ, ਫੇਸ ਟੂ ਫੇਸ ਸੰਪਰਕ ਜਿਹੜਾ ਦੂਸਰੇ ਲੋਕਾਂ ਦੇ ਨਾਲ ਟੁੱਟ ਗਿਆ। ਤੇ ਉਸ ਤੋਂ ਬਾਅਦ ਕਾਫੀ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ, ਜਿਹਦੇ ਵਿੱਚ ਜਿਹਨੂੰ ਤੁਸੀਂ ਡਿਪਰੈਸ਼ਨ ਕਹਿ ਸਕਦੇ ਹੋ, ਐਂਜ਼ਾਇਟੀ ਕਹਿ ਸਕਦੇ ਹੋ, ਸਟ੍ਰੈਸ ਰਿਐਕਸ਼ਨ ਕਹਿ ਸਕਦੇ ਹੋ। ਇੱਕ ਤਾਂ ਉਹ ਲੋਕ ਨੇ ਜਿਹੜੇ ਕਿ ਪਹਿਲਾਂ ਤੋਂ ਹੀ ਜਿਨ੍ਹਾਂ ਨੂੰ ਮਾਨਸਿਕ ਸਿਹਤ ਦੀਆਂ ਪ੍ਰੋਬਲਮਸ ਹੈਗੀਆਂ, ਔਰ ਦੂਸਰੇ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਪਹਿਲਾਂ ਕੋਈ ਸਮੱਸਿਆ ਨਹੀਂ ਸੀ, ਪਰ ਇਸ ਸਮੱਸਿਆ ਦੇ ਨਾਲ, ਕੋਵਿਡ ਦੇ ਨਾਲ ਜਿਹੜਾ ਜੁੜਿਆ ਹੋਇਆ ਮਾਹੌਲ, ਉਹਦੇ ਨਾਲ ਜਦੋਂ ਰੂਬਰੂ ਹੋਏ ਤਾਂ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ। ਆਈਸੋਲੇਸ਼ਨ ਜਿਹੜੀ ਹੈ, ਬੰਦੇ ਦੀ ਆਈਸੋਲੇਸ਼ਨ ਬਹੁਤ ਸਾਰੇ ਪ੍ਰੋਬਲਮਸ ਨੂੰ ਕ੍ਰੀਏਟ ਕਰ ਸਕਦੀ ਹੈ, ਕਿਉਂਕਿ ਬੰਦੇ ਦੀ ਜਦੋਂ ਕੋਈ ਵੈਂਟੀਲੇਸ਼ਨ ਨਹੀਂ ਰਹਿੰਦੀ, ਕਿਸੇ ਦੇ ਨਾਲ ਗੱਲ ਨਹੀਂ ਕਰਦਾ। ਹਾਲਾਂਕਿ ਅੱਜ ਕੱਲ ਬੜੇ ਆਮ ਲੋਕ ਇੱਕ ਦੂਜੇ ਦੇ ਨਾਲ ਫੋਨ ਤੇ ਜਾਂ ਵਟਸਐਪ ਤੇ ਜਾਂ ਸੋਸ਼ਲ ਮੀਡੀਆ ਤੇ ਕੰਟੈਕਟ ਕਰਦੇ ਰਹਿੰਦੇ ਆ, ਪਰ ਫਿਰ ਵੀ ਬਹੁਤ ਸਾਰੇ ਲੋਕ ਹਾਲੇ ਵੀ ਇਹੋ ਜਿਹੇ ਹੈ ਜਿਨ੍ਹਾਂ ਨੂੰ ਫੇਸ ਟੂ ਫੇਸ ਕੰਟੈਕਟ ਚਾਹੀਦਾ ਲੋਕਾਂ ਦੇ ਨਾਲ। ਉਹ ਸਿੱਧਾ ਬੈਠ ਕੇ ਗੱਲਬਾਤ ਕਰ ਸਕਦੇ ਆ, ਫੋਨ ਤੇ ਉਹ ਆਪਣੀ ਸਮੱਸਿਆ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਔਰ ਅਸੀਂ ਵੀ ਦੇਖਿਆ ਕਿ ਸਾਡੇ ਕੋਲ ਇਹੋ ਜਿਹੇ ਰੈਫਰਲਸ ਜਿਹੜੇ ਆਉਂਦੇ ਦੂਸਰੇ ਡਾਕਟਰਾਂ ਤੋਂ, ਉਹਨਾਂ ਦੀ ਗਿਣਤੀ ਵੱਧ ਗਈ ਸੀਗੀ ਇਹਨਾਂ ਦਿਨਾਂ ਵਿੱਚ। ਤੋ ਜੇ ਗੱਲ ਸਿਰਫ
ਸੁਇਸਾਈਡ ਦੀ ਨਹੀਂ ਹੈ। ਸੁਇਸਾਈਡ ਇੱਕ ਉਹ ਤਾਂ ਜਦੋਂ ਬਹੁਤ ਗੱਲ ਇਸ ਲੈਵਲ ਤੇ ਵੱਧ ਜਾਂਦੀ ਹੈ ਡਿਪਰੈਸ਼ਨ ਵਾਲੀ, ਕਿ ਬੰਦਾ ਇਸ ਤਰ੍ਹਾਂ ਸੋਚਣ ਲੱਗ ਜਾਂਦਾ ਕਿ ਹੁਣ ਇਸ ਜ਼ਿੰਦਗੀ ਵਿੱਚ ਕੁਝ ਰੱਖਿਆ ਨਹੀਂ, ਪਰ ਉਸ ਤੋਂ ਪਹਿਲਾਂ ਉਹ ਬੰਦਾ ਬਹੁਤ ਸਾਰੇ ਪੜਾਵਾਂ ਵਿੱਚੋਂ ਗੁਜ਼ਰਦਾ। ਜੀ, ਤੇ ਉਹ ਪੜਾਅ ਕਿਹੜੇ-ਕਿਹੜੇ ਨੇ? ਕਿਸ ਕਿਸਮ ਦੇ ਉਹਨੂੰ ਸੰਕਟ ਪੇਸ਼ ਆ ਸਕਦੇ ਨੇ, ਜਾਂ ਉਹ ਮਾਨਸਿਕ ਦਵੰਦ ਉਹ ਕਿਹੋ ਜਿਹਾ ਹੁੰਦਾ ਜਿਹਦੇ ਨਾਲ ਉਹ ਜਿੱਥੇ ਉਹ ਜੂਝ ਰਿਹਾ ਹੁੰਦਾ ਹੈ? ਉਹ ਬੰਦਾ ਜਦੋਂ ਉਹਦੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਣ ਲੱਗ ਜਾਂਦੇ ਆ ਕਿ ਇਹ ਜ਼ਿੰਦਗੀ ਜੋ ਹੈ ਕੁਝ ਨਹੀਂ, ਉਹਦੇ ਬਹੁਤ ਸਾਰੇ ਲੋਕ ਉਹਨਾਂ ਵਿੱਚੋਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ। ਔਰ ਡਿਪਰੈਸ਼ਨ ਦਾ ਇੱਕ ਸਭ ਤੋਂ ਵੱਡਾ ਜਿਹੜਾ ਸਿੰਪਟਮ ਹੈ ਉਹ ਇਹ ਹੈ ਕਿ ਆਦਮੀ ਨਾਰਮਲੀ ਜਿਹੜੀਆਂ ਚੀਜ਼ਾਂ ਨੂੰ ਜਿਹੜੇ ਚੀਜ਼ਾਂ ਵਿੱਚ ਕੁਝ ਖੁਸ਼ੀ ਮਹਿਸੂਸ ਕਰਦਾ ਹੁੰਦਾ, ਜਿਹਨਾਂ ਕੰਮਾਂ ਵਿੱਚ ਖੁਸ਼ੀ ਮਹਿਸੂਸ ਕਰਦਾ, ਜਾਂ ਉਹ ਕੁਝ ਕਰਕੇ ਚੰਗਾ ਮਹਿਸੂਸ ਕਰਦਾ, ਜਾਂ ਜਿਹੜੇ ਸ਼ੌਕ ਹੁੰਦੇ ਆ, ਉਹ ਸਾਰਾ ਕੁਝ ਉਹਦੇ ਕੋਲੋਂ ਛੁੱਟ ਜਾਂਦਾ ਡਿਪਰੈਸ਼ਨ ਦੇ ਵਿੱਚ। ਉਹ ਕਿਸੇ ਵੀ ਚੀਜ਼ ਦਾ ਲੁਤਫ ਨਹੀਂ ਉਠਾ ਪਾਉਂਦਾ, ਚਾਹੇ ਉਹ ਕੋਈ ਵੀ ਰੂਟੀਨ ਦੀਆਂ ਚੀਜ਼ਾਂ ਹੋਣ, ਅਖਬਾਰ ਪੜ੍ਹਨੀ, ਸੈਰ ਕਰਨਾ, ਜਾਂ ਕਿਸੇ ਨਾਲ ਗੱਲ ਕਰਨੀ, ਰੇਡੀਓ ਸੁਣ ਲੈਣਾ, ਗੀਤ ਸੁਣ ਲੈਣੇ, ਇਸ ਤਰ੍ਹਾਂ ਦੇ ਸਾਰੇ ਕੰਮ ਜਿਹੜੇ ਹੈਗੇ ਉਹਦੇ ਉਹ ਬੰਦ ਹੋ ਜਾਂਦੇ ਆ। ਇਹ ਹੌਬੀਜ਼ ਕੋਈ ਨਹੀਂ ਰਹਿੰਦੀਆਂ, ਤੇ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਮੇਰੀ ਜਿਹੜੀ ਜ਼ਿੰਦਗੀ ਹੈ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਤੇ ਜਿਹਨੂੰ ਅਸੀਂ ਇੰਗਲਿਸ਼ ਵਿੱਚ ਉਹਨੂੰ ਕਹਿੰਦੇ ਹੁੰਦੇ ਆ ਫੀਲਿੰਗ ਆਫ ਬੀਇੰਗ ਵਰਥਲੈਸ, ਕਿ ਮੇਰੀ ਕੋਈ ਇਸ ਵੇਲੇ ਜ਼ਰੂਰਤ ਨਹੀਂ ਹੈ, ਜਾਂ ਮੇਰੀ ਕੋਈ ਦੇਣ ਨਹੀਂ ਹੈ, ਇਸ ਵੇਲੇ ਮੈਂ ਕੁਝ ਕਰ ਨਹੀਂ ਰਿਹਾ। ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਜਿਹੜੇ ਬੰਦੇ ਬਿਲਕੁਲ ਕੰਮਾਂ ਤੋਂ ਵਿਹਲੇ ਹੋ ਗਏ ਔਰ ਕੁਝ ਨਹੀਂ, ਜਿਹੜੇ ਫੈਮਿਲੀ ਦੇ ਹੈਡ ਸੀਗੇ, ਜਿਨ੍ਹਾਂ ਦੀ ਰਿਸਪੌਂਸਿਬਿਲਿਟੀ ਇਹ ਸੀਗੀ ਕਿ ਸਾਰੀ ਫੈਮਿਲੀ ਨੂੰ ਉਹਨਾਂ ਨੇ ਫੀਡ ਕਰਨਾ, ਅਗਰ ਉਹ ਨਹੀਂ ਕਰ ਪਾ ਰਹੇ ਤਾਂ ਉਹ ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਮਨ ਵਿੱਚ ਆ ਸਕਦੇ। ਤੇ ਉਹ ਸਿੱਧੇ ਅਗਰ ਲੋਕਾਂ ਨੂੰ ਨਾ ਵੀ ਦੱਸਣ, ਤੇ ਉਹ ਇਸ ਤਰ੍ਹਾਂ ਦੇ ਕਈ ਨਿਸ਼ਾਨੀਆਂ ਉਹਨਾਂ ਵਿੱਚ ਹੁੰਦੀਆਂ ਜਿਹੜੀਆਂ ਦੂਸਰੇ ਲੋਕ ਜਿਹੜੇ ਹੈਗੇ ਉਹ ਦੇਖ ਸਕਦੇ ਆ, ਜਾਂ ਉਹ ਇਨਡਾਇਰੈਕਟਲੀ ਇਸ ਤਰ੍ਹਾਂ ਦੇ ਕੋਈ ਸਿਗਨਲ ਜਿਹੜੇ ਦਿੰਦੇ ਆ। ਤਾਂ ਉਹਨਾਂ ਵਿੱਚੋਂ ਇੱਕ ਤਾਂ ਇਹੀ ਹੁੰਦਾ ਕਿ ਬੰਦਾ ਬਾਕੀ ਲੋਕਾਂ ਤੋਂ ਹੌਲੀ-ਹੌਲੀ ਟੁੱਟਣਾ ਸ਼ੁਰੂ ਹੋ ਜਾਂਦਾ, ਆਪਣੇ ਆਪ ਨੂੰ ਅਲੱਗ ਕਰਨਾ ਸ਼ੁਰੂ ਹੋ ਜਾਂਦਾ। ਇੱਥੇ ਤਾਂ ਫੋਰਸੀਬਲੀ ਹੋ ਗਿਆ ਸੀਗਾ, ਪਰ ਅਗਰ ਆਪਾਂ ਦੇਖੀਏ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਉਹ ਆਈਸੋਲੇਸ਼ਨ, ਉਹ ਵਾਲਾ ਆਈਸੋਲੇਸ਼ਨ ਦਾ ਸਟੈਪ ਤਾਂ ਇਹਨਾਂ ਨੇ ਆਪਣੇ ਆਪ ਕਰ ਦਿੱਤਾ, ਸਰਕਾਰਾਂ ਨੇ, ਜਿੱਥੇ ਇੱਥੇ ਲਾਕਡਾਊਨ ਕੀਤਾ। ਤੇ ਉਹ ਬੰਦਾ ਫਿਰ ਆਪਣੇ ਸਾਰੇ ਜਿਹੜੇ ਸ਼ੌਕ ਸੀ ਉਹ ਨਹੀਂ ਰਹਿੰਦੇ ਉਹਦੇ, ਨਾਰਮਲੀ ਉਹਦੇ ਬਿਹੇਵੀਅਰ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਹੈਗੀਆਂ ਉਹ ਦੇਖੀਆਂ ਜਾ ਸਕਦੀਆਂ। ਡਾਕਟਰ ਸਾਹਿਬ, ਹੁਣ ਇਹ ਜੋ ਲੋਕਡਾਊਨ ਲੱਗਿਆ ਜਾਂ ਨੌਕਰੀਆਂ ਚਲੀਆਂ ਗਈਆਂ, ਬਹੁਤ ਲੋਕ ਬੇਰੁਜ਼ਗਾਰ ਹੋ ਗਏ, ਤੇ ਜਿਹੜੇ ਰੁਜ਼ਗਾਰ ਜਿਨ੍ਹਾਂ ਦਾ ਬਰਕਰਾਰ ਵੀ ਹੈ ਉਹ ਵੀ ਉਸ ਰੂਪ 'ਚ ਨਹੀਂ ਰਹਿ ਗਿਆ, ਤੇ ਉਹਨਾਂ ਦੀ ਆਰਥਿਕਤਾ ਕਿਸੇ ਨਾ ਕਿਸੇ ਰੂਪ 'ਚ ਤਾਂ ਟੁੱਟੀ ਹੈ। ਵਿੱਤੀ ਸੰਕਟ ਨਾਲ ਉਹ ਦਰਪੇਸ਼ ਹੋ ਹੀ ਰਹੇ ਨੇ ਲੋਕ। ਫਿਰ ਵੀ ਉਹ ਮਾੜੇ ਵਿਚਾਰਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਨੇ, ਕਿ ਨਕਾਰਾਤਮਕ ਵਿਚਾਰਾਂ ਤੋਂ, ਨਿਰਾਸ਼ ਹੋਣ ਤੋਂ? ਦੇਖੋ, ਯੈਸ, ਇੱਕ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਫੈਮਿਲੀ ਦੇ ਵਿੱਚ, ਸੋਸਾਇਟੀ ਦੇ ਵਿੱਚ ਜਿਹੜਾ ਹਰ ਬੰਦੇ ਦਾ ਇੱਕ ਰੋਲ ਹੁੰਦਾ, ਬੰਦੇ ਨੇ ਆਪਣੇ ਆਪ ਨੂੰ ਦਿੱਤਾ ਹੁੰਦਾ ਜਾਂ ਸਮਾਜ ਨੇ ਉਹਨੂੰ ਦਿੱਤਾ ਹੁੰਦਾ, ਉਹ ਜਦੋਂ ਕਿਸੇ ਵੀ ਸਿਚੁਏਸ਼ਨ ਕਰਕੇ ਉਹ ਪੂਰਾ ਨਹੀਂ ਹੋ ਰਿਹਾ ਹੁੰਦਾ ਤਾਂ ਉਹਦੇ ਵਿਚਾਰ ਇਸ ਤਰ੍ਹਾਂ ਦੇ ਆਉਣ ਲੱਗ ਜਾਂਦੇ। ਤਾਂ ਬਚਣ ਦਾ ਸਭ ਤੋਂ ਵੱਡਾ ਤਰੀਕਾ ਤਾਂ ਇਹ ਹੈ ਕਿ ਉਸ ਵੇਲੇ ਆਪਣੇ ਫੈਮਿਲੀ ਮੈਂਬਰਸ ਤੋਂ, ਦੋਸਤਾਂ ਤੋਂ, ਹੋਰ ਲੋਕਾਂ ਤੋਂ ਟੁੱਟਿਆ ਨਾ ਜਾਵੇ, ਉਹਨਾਂ ਦੇ ਨਾਲ ਸੰਪਰਕ ਜ਼ਰੂਰ ਰੱਖਿਆ ਜਾਵੇ। ਬੰਦਾ ਅਜੇ ਨਹੀਂ ਰੱਖਦਾ ਤਾਂ ਫਿਰ ਦੂਸਰੇ ਲੋਕਾਂ ਦੀ ਰਿਸਪੌਂਸਿਬਿਲਿਟੀ ਉਸ ਵੇਲੇ ਬਣਦੀ ਹੈ ਕਿ ਉਸ ਗੱਲਾਂ ਨਾ ਛੱਡਿਆ ਜਾਵੇ। ਔਰ ਜਿਹੜੀ ਵੀ ਸਮੱਸਿਆ ਹੈ, ਔਰ ਇਹ ਕੋਵਿਡ ਦੀ ਸਮੱਸਿਆ ਤਾਂ ਸਾਰਿਆਂ ਵਾਸਤੇ ਹੀ ਹੈ, ਤਾਂ ਕਈ ਹੁੰਦਾ ਕਿ ਲੋਕਾਂ ਦੀਆਂ ਨਿੱਜੀ ਜਿਹੜੀਆਂ ਕੁਝ ਪ੍ਰੋਬਲਮਸ ਹੁੰਦੀਆਂ ਉਹ ਇਹਦੇ ਨਾਲ ਮਲਟੀਪਲਾਈ ਹੋ ਜਾਂਦੀਆਂ, ਤੇ ਉਹਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡਾ ਤਾਂ ਇਹੀ ਹੈ ਕਿ ਬੰਦੇ ਨੂੰ ਬਿਲਕੁਲ ਇਕੱਲਾ ਨਾ ਛੱਡਿਆ ਜਾਵੇ। ਹੌਬੀਜ਼ ਉਸ ਵੇਲੇ ਜਿਹੜੀਆਂ ਹੈਗੀਆਂ ਬਹੁਤ ਸਹਾਰਾ ਦਿੰਦੀਆਂ ਬੰਦੇ ਨੂੰ, ਬੇਸ਼ੱਕ ਉਹਨਾਂ ਦਾ ਸਿੱਧਾ ਕੋਈ ਲਿੰਕ ਨਾ ਹੋਵੇ, ਬਟ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸੇਫਟੀ ਵੈਲਵ ਦਾ ਕੰਮ ਕਰਦੀਆਂ। ਜਿਹੜੇ ਬੰਦੇ ਦੇ ਅੰਦਰ ਬਹੁਤ ਸਾਰਾ ਕੁਝ ਨੈਗੇਟਿਵ ਇਕੱਠਾ ਹੋਇਆ ਹੁੰਦਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਿੰਬੋਲਿਕ ਰੂਪ ਨਾਲ ਨਿਕਲ ਜਾਂਦਾ। ਸੋ ਹੌਬੀਜ਼ ਨੂੰ ਰੱਖਿਆ ਜਾਵੇ, ਪੜ੍ਹਨਾ, ਟੀਵੀ, ਅਖਬਾਰ, ਔਰ ਹੋਰ ਕਿਸੇ ਤਰ੍ਹਾਂ ਦਾ ਵੀ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣਾ। ਜਦੋਂ ਇਸ ਤਰ੍ਹਾਂ ਦੇ ਥਾਟਸ ਜਿਹੜੇ ਦਿਮਾਗ ਵਿੱਚ ਆਉਂਦੇ ਆ, ਉਹਨਾਂ ਨੂੰ ਚੈਲੰਜ ਕਰਨਾ,
ਔਰ ਕੁਝ ਪੋਜ਼ਿਟਿਵ ਆਲੇ ਦੁਆਲੇ ਜਿਹੜਾ ਹੈਗਾ ਉਹਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕਰਨੀ। ਤੇ ਹਰ ਬੰਦੇ ਦੇ ਕੋਈ ਵੀ ਬੰਦਾ ਜਿਹੜਾ ਸੁਸਾਈਡਲ ਹੋ ਜਾਂਦਾ ਜਦੋਂ ਸੋਚ ਰਿਹਾ ਹੁੰਦਾ ਕਿ ਮੈਂ ਜ਼ਿੰਦਗੀ ਕਿਸੇ ਕੰਮ ਦੀ ਨਹੀਂ, ਅਗਰ ਉਹਨੂੰ ਯਾਦ ਦਿਵਾਇਆ ਜਾਵੇ ਤਾਂ ਕਈ ਚੀਜ਼ਾਂ ਫਿਰ ਵੀ ਹੁੰਦੀਆਂ ਉਹਦੇ ਆਲੇ ਦੁਆਲੇ ਕਿ ਹਾਂ ਇਹ ਚੀਜ਼ਾਂ ਹੈ ਜਿਨ੍ਹਾਂ ਵਾਸਤੇ ਜੀਆ ਜਾ ਸਕਦਾ, ਚਾਹੇ ਉਹ ਫੈਮਿਲੀ ਹੋਵੇ, ਚਾਹੇ ਉਹਦਾ ਕੋਈ 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 ਪ੍ਰੋਜੈਕਟ ਹੋਵੇ, ਕੋਈ ਕੰਮ ਹੋਵੇ, ਕੋਈ ਵੀ ਉਸਨੇ ਪਹਿਲੇ ਕੋਈ ਕੁਝ ਸੋਚਿਆ ਹੋਵੇ ਕਿ ਮੈਂ ਇਹ ਕਰਨਾ ਹੈ। ਤੋ ਇਸ ਤਰ੍ਹਾਂ ਦਾ ਕੁਝ ਵੀ ਉਹਨੂੰ ਬੰਦੇ ਨੂੰ ਉਸ ਵੇਲੇ ਯਾਦ ਦਿਲਾਉਣ ਦੀ ਲੋੜ ਹੁੰਦੀ ਹੈ ਕਿ ਉਹਦੇ ਜਿਹੜੇ ਅਸੀਂ ਉਹਨੂੰ ਪ੍ਰੋਟੈਕਟਿਵ ਫੈਕਟਰਸ ਕਹਿੰਦੇ ਹਾਂ। ਤੇ ਉਹ ਪ੍ਰੋਟੈਕਟਿਵ ਫੈਕਟਰਸ ਜਿਹੜੇ ਹੈ ਉਹਨਾਂ ਪ੍ਰੋਟੈਕਟਿਵ ਫੈਕਟਰਸ ਦਾ ਉਸ ਬੰਦੇ ਦੇ ਦੁਆਲੇ ਇੱਕ ਤਰ੍ਹਾਂ ਦਾ ਸੇਫਟੀ ਸਰਕਲ ਬਣਾਇਆ ਜਾਣਾ ਚਾਹੀਦਾ ਜਿਹੜਾ ਕਿ ਉਸ ਨੂੰ ਬਚਾ ਸਕਦਾ ਹੈ। ਅੱਛਾ, ਇੱਕ ਕੋਵਿਡ ਤਾਂ ਇੱਕ ਬਹਾਨਾ ਕਹਿ ਸਕਦੇ ਹਾਂ ਆਪਾਂ ਕਿ ਇਹ ਜਿਹੜਾ ਵਾਇਰਸ ਆਇਆ ਸਾਰੀ ਦੁਨੀਆ 'ਚ, ਤੇ ਇਸ ਤੋਂ ਇਲਾਵਾ ਜਿਹੜਾ ਸਾਡੇ ਸਿਆਸੀ ਨਿਜ਼ਾਮ ਹੈ ਪੂਰੀ ਦੁਨੀਆ ਦਾ, ਉਹ ਲੋਕ ਪੱਖੀ ਤਾਂ ਹੈ ਨਹੀਂ, ਤੇ ਲੋਕਾਂ ਦੀ ਲੁੱਟ ਤਾਂ ਬਹੁਤ ਹੁੰਦੀ ਹੈ। ਲੋਕਾਂ ਦੀ ਲੁੱਟ ਤੋਂ ਇਲਾਵਾ ਬਿਹਤਰ ਰੁਜ਼ਗਾਰ ਵੀ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਦੀ ਵਿਦਿਅਕ ਯੋਗਤਾ ਹੁੰਦੀ ਹੈ, ਜਿੰਨੀ ਉਹਨਾਂ 'ਚ ਹੁਨਰ ਹੁੰਦਾ ਹੈ, ਉਹਦੇ ਮੁਤਾਬਕ ਉਹਨਾਂ ਨੂੰ ਬਹੁਤੀ ਵਾਰੀ ਨਹੀਂ ਮਿਲਦਾ, ਤੇ ਜਾਂ ਉਹਨੇ ਜਿੰਨੇ ਦੇ ਉਹ ਯੋਗ ਹੁੰਦੇ ਹਨ ਉਹਨਾਂ ਵੀ ਨਹੀਂ ਉਹਨਾਂ ਨੂੰ ਮਿਲਦਾ, ਤੇ ਇਹਦੇ ਨਾਲ ਵੀ ਨਿਰਾਸ਼ਾ ਵੱਧਦੀ ਹੈ। ਆਮ ਤੌਰ ਤੇ ਵੀ COVID-19 ਦੇ ਤਾਂ ਚਲੋ ਹੁਣ ਚੱਲ ਰਿਹਾ ਹੈ ਇਹ ਸਿਲਸਿਲਾ COVID-19 ਦਾ, ਤਾਂ ਉਸ ਤੋਂ ਇਲਾਵਾ ਵੀ ਹਾਂਜੀ ਹਾਂਜੀ ਕਿਵੇਂ ਨਿਰਾਸ਼ਾ ਤੋਂ ਬਚਿਆ ਜਾਵੇ ਤੇ ਕਿਵੇਂ ਥੋੜੇ ਬਿਹਤਰ ਮਨੁੱਖ ਬਣਿਆ ਜਾਵੇ, ਇਹ ਜ਼ਰੂਰ ਦੱਸੋ। ਦੇਖੋ ਉਹਦੇ ਵਿੱਚ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਬੰਦੇ ਨੂੰ ਜੋ ਬੰਦੇ ਦੇ ਅੰਦਰ ਹੁੰਦਾ ਉਹ ਉਸ ਨੂੰ ਉਸ ਦੀ ਕਦਰ ਨਹੀਂ ਪਾਉਂਦਾ। ਸਿਸਟਮ ਤਾਂ ਇਸ ਹਿਸਾਬ ਨਾਲ ਦੇਖਦਾ ਕਿ ਬੰਦੇ ਨੂੰ ਇੱਕ ਟੂਲ ਦੇ ਹਿਸਾਬ ਨਾਲ ਕਿ ਇਸ ਨੂੰ ਕਿੱਥੇ ਕਿਸ ਤਰ੍ਹਾਂ ਵਰਤਿਆ ਜਾ ਸਕਦਾ। ਤੇ ਉਹ ਜਿਵੇਂ ਕਿ ਇੱਕ ਜਿਨ੍ਹਾਂ ਨੂੰ ਅਸੀਂ ਐਗਜ਼ਿਸਟੈਂਸ਼ੀਅਲਿਸਟ ਕਹਿੰਦੇ ਆ, ਉਹਨਾਂ ਦੀ ਬਹੁਤ ਅੱਛੀ ਥਿਊਰੀ ਹੈ ਨਾ ਕਿ ਇੱਕ ਬੰਦਾ ਉਹ ਹੁੰਦਾ ਜੋ ਸਮਾਜ ਉਸ ਨੂੰ ਇੱਕ ਤਰ੍ਹਾਂ ਨਾਲ ਪਰਿਭਾਸ਼ਿਤ ਕਰਦਾ, ਸਮਾਜ ਕੇ ਸਿਸਟਮ ਜਿਹੜਾ ਵੀ ਹੈ। ਦੂਸਰਾ ਉਹ ਹੁੰਦਾ ਕਿ ਜੋ ਬੰਦਾ ਐਕਚੁਅਲੀ ਹੈ, ਜੋ ਉਹ ਉਹਦੇ ਅੰਦਰ ਹੈ ਔਰ ਜੋ ਉਹਦੇ ਵਿੱਚ ਟੈਲੈਂਟ ਹੈ, ਜੋ ਉਹ ਕਰ ਸਕਦਾ। ਇਹਨਾਂ ਦੋਨਾਂ ਦਾ ਤਾਲਮੇਲ ਜਾਂ ਇਹਨਾਂ ਦੋਨਾਂ ਨੂੰ ਇੱਕ ਕਰਨਾ ਇਹ ਸਿਸਟਮ ਨੂੰ ਲੱਗਦਾ ਕਿ ਉਹਦੇ ਹੱਕ 'ਚ ਨਹੀਂ ਹੈ, ਤੇ ਉਹ ਸਿਸਟਮ ਬੰਦੇ ਨੂੰ ਆਪਣੇ ਹਿਸਾਬ ਨਾਲ ਜਦੋਂ ਵਰਤਦਾ ਤਾਂ ਇਹਨਾਂ ਦੇ ਵਿੱਚ ਜੋ ਟਕਰਾਅ ਹੁੰਦਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ, ਉਹ ਬਹੁਤ ਤਣਾਅ ਦੀ ਸਥਿਤੀ ਨੂੰ ਪੈਦਾ ਕਰਦਾ, ਜਿਸ ਨੂੰ ਅਸੀਂ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵੀ ਕਹਿ ਦਿੰਦੇ ਹਾਂ, ਜਿਸ ਤੇ ਆ ਕੇ ਫਿਰ ਬੰਦਾ ਕਈ ਵਾਰੀ ਇਹ ਸੋਚਣ ਲੱਗ ਜਾਂਦਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਦਾ ਕੀ ਫਾਇਦਾ। ਤਾਂ ਉਹਦੇ ਵਿੱਚ ਤਰੀਕਾ ਇਹ ਹੈ ਕਿ ਫਿਰ ਸਾਨੂੰ ਪਤਾ ਹੈ ਕਿ ਉਹ ਬੰਦੇ ਨੂੰ ਪਤਾ ਕਿ ਇਹ ਕਿਉਂ ਹੋਇਆ, ਉਸ ਨੂੰ ਜਾਣਨਾ ਪਹਿਲੀ ਗੱਲ ਤਾਂ ਕਿ ਇਹ ਕਿਉਂ ਹੋ ਰਿਹਾ, ਕਿ ਇਹ ਸਿਸਟਮ ਜੋ ਕਰ ਰਿਹਾ ਉਹ ਕਿਉਂ ਕਰ ਰਿਹਾ, ਔਰ ਉਹਦੇ ਵਿੱਚ ਫਿਰ ਆਪਣੇ ਵਰਗੀ ਸੋਚ ਦੇ ਬੰਦੇ ਜਿਹੜੇ ਹੈਗੇ ਆ, ਬੰਦੇ ਆ, ਆਰਗੇਨਾਈਜੇਸ਼ਨਸ ਹੈ, ਕੁਝ ਵੀ ਹੈ, ਉਹਨਾਂ ਦੇ ਨਾਲ ਜੁੜਨਾ। ਔਰ ਮੈਂ ਤਾਂ ਕਹੂੰਗਾ ਕਿ ਇਸ ਨੂੰ ਫਿਰ ਬਦਲਣ ਵਾਸਤੇ ਸੋਚਣਾ ਔਰ ਬਦਲਣ ਦੀ ਕੋਸ਼ਿਸ਼ ਕਰਨਾ ਸਿਸਟਮ ਨੂੰ, ਦੈਟ ਸਭ ਤੋਂ ਵੱਡਾ ਤਰੀਕਾ ਤਾਂ ਇਹੀ ਹੈ। ਤੋ ਆਪਣੇ ਵਰਗੇ ਬੰਦਿਆਂ ਦਾ ਸਾਥ, ਤੇ ਇਸ ਨੂੰ ਇਹ ਸਿਸਟਮ ਦੀ ਵੱਧ ਤੋਂ ਵੱਧ ਜਾਣਕਾਰੀ ਲੈਣਾ ਔਰ ਕਿਸ ਤਰ੍ਹਾਂ ਆਪਰੇਟ ਕਰਦਾ ਹਰ ਲੈਵਲ ਤੇ। ਇਹ ਨਹੀਂ ਹੈ ਕਿ ਉਹ ਪੋਲੀਟੀਸ਼ੀਅਨ ਜੋ ਬੈਠੇ ਆ ਉਹ ਫੈਸਲੇ ਲੈ ਲੈਂਦੇ ਆ, ਉਹੀ ਕਰਦੇ ਆ। ਹਰ ਲੈਵਲ ਤੇ ਸਿਸਟਮ ਜਿਹੜਾ ਹੈਗਾ ਬੰਦੇ ਨੂੰ ਅਫੈਕਟ ਕਰਦਾ। ਅੱਛਾ, ਇਹ ਜਿਹੜੀ ਕਸਰਤ ਹੈ, ਕਸਰਤ ਕਰਨਾ ਅਤੇ ਠੀਕ ਖਾਣ ਪੀਣ ਅਤੇ ਇਹਦੇ ਨਾਲ ਹੀ ਕੁਦਰਤ ਨੂੰ ਮਾਨਣਾ, ਜੋ ਆਲੇ ਦੁਆਲੇ ਕਾਇਨਾਤ ਨੇ ਬਹੁਤ ਅਮੀਰ ਹੈ ਕੁਦਰਤ ਸਾਰੀ, ਇਹਦੀ ਖੂਬਸੂਰਤੀ, ਅਸਮਾਨ, ਧਰਤੀ, ਚੰਨ, ਤਾਰੇ, ਰੁੱਖ, ਇਹ ਸਾਰਾ ਕੁਝ ਦੇਖਣਾ ਵੀ ਕੀ ਬਚਾਉਂਦਾ ਕਿਸੇ ਤਰ੍ਹਾਂ ਦੀ ਸਾਨੂੰ ਨਿਰਾਸ਼ਾ ਤੋਂ। ਹਾਂਜੀ, ਬਿਲਕੁਲ ਬਚਾਉਂਦਾ। ਜਿਵੇਂ ਮੈਂ ਕਹਿ ਰਿਹਾ ਸੀ ਕਿ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕਰਨਾ, ਇਸੇ ਤਰ੍ਹਾਂ ਅਗਰ ਅਸੀਂ ਬ੍ਰਹਿਮੰਡ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਉਸ ਦਾ ਹਿੱਸਾ ਮਹਿਸੂਸ ਕਰਦੇ ਹਾਂ, ਤੇ ਉਹ ਉਸ ਨੂੰ ਫਿਰ ਉਸ ਤਰੀਕੇ ਦੇ ਨਾਲ ਮਾਣਿਆ ਜਾ ਸਕਦਾ। ਔਰ ਫਿਰ ਬੰਦਾ ਜਦੋਂ ਇਸ ਤਰ੍ਹਾਂ ਸੋਚਣ ਲੱਗਦਾ, ਫਿਰ ਉਹਨੂੰ ਇਹ ਲੱਗਦਾ ਕਿ ਉਹ ਇਕੱਲਾ ਨਹੀਂ ਹੈ। ਜਦੋਂ ਕੁਦਰਤ ਦਾ ਹਿੱਸਾ ਬਣ ਜਾਂਦਾ ਤੇ ਉਹ ਫਿਰ ਉਹ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਤੁਸੀਂ ਜੋ ਗਿਣਾਈਆਂ, ਇਹ ਜਿਹਨੂੰ ਅਸੀਂ ਪੋਜ਼ਿਟਿਵ ਲਾਈਫ ਸਟਾਈਲ ਕਹਿੰਦੇ ਆ, ਉਹਦੇ ਵਿੱਚ ਆ ਜਾਂਦੀਆਂ, ਜਾਂ ਹੌਬੀਜ਼ ਵਿੱਚ ਆ ਜਾਂਦੀਆਂ ਕੁਝ ਚੀਜ਼ਾਂ। ਤੋ ਉਹਨਾਂ ਦਾ ਰੋਲ ਪੋਜ਼ਿਟਿਵ ਮੈਂਟਲ ਹੈਲਥ ਵਿੱਚ ਤਾਂ ਹੈਗਾ ਹੀ ਹੈਗਾ, ਉਹਦੇ ਵਿੱਚ ਕੋਈ ਡਾਊਟ ਨਹੀਂ। ਔਰ ਜਦੋਂ ਡਿਪਰੈਸ਼ਨ ਹੁੰਦੀ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਉਦੋਂ ਇਹ ਸਾਰੀਆਂ ਚੀਜ਼ਾਂ ਫਿਰ ਬੰਦਾ ਛੱਡ ਜਾਂਦਾ। ਤੋ ਉਹ ਪੋਜ਼ਿਟਿਵ ਇਸ ਤਰ੍ਹਾਂ ਦੀਆਂ ਹੌਬੀਜ਼ ਨੂੰ ਇਨਕਲਕੇਟ ਕਰਨਾ। ਐਕਸਰਸਾਈਜ਼ ਦਾ ਆਪਣਾ ਇੱਕ ਰੋਲ ਹੈ। ਐਕਸਰਸਾਈਜ਼ ਦਾ
ਇੱਕ ਤਾਂ ਠੀਕ ਹੈ ਫਿਜ਼ੀਕਲੀ ਬੰਦੇ ਨੂੰ ਉਹ ਠੀਕ ਰੱਖਦੀ ਹੈ, ਤੇ ਇਹ ਵੀ ਕਿਹਾ ਜਾਂਦਾ ਕਿ ਫਿਜ਼ੀਕਲ ਹੈਲਥ ਠੀਕ ਹੈ ਤੇ ਮੈਂਟਲ ਹੈਲਥ ਵੀ ਠੀਕ ਰਹਿੰਦੀ ਹੈ, ਕਿਉਂਕਿ ਦੋਨੇ ਹੀ ਹਿੱਸੇ ਜਿਹੜੇ ਹੈਲਥ ਦੇ ਇੱਕ ਦੂਜੇ ਦੇ ਨਾਲ ਕਨੈਕਟਡ ਨੇ। ਔਰ ਉਹਦਾ ਬਹੁਤ ਸਾਰਾ ਸਾਇੰਟੀਫਿਕ ਪ੍ਰੂਫ ਵੀ ਹੈ ਕਿ ਜਦੋਂ ਬੰਦਾ ਖੁਸ਼ ਹੁੰਦਾ ਹੈ ਉਹਦੇ ਦਿਮਾਗ ਵਿੱਚ ਕੁਝ ਜਿਹੜੇ ਕੈਮੀਕਲਸ ਹੈਗੇ ਆ ਉਹ ਉਹਨਾਂ ਦਾ ਜਿਹੜਾ ਸਕ੍ਰੀਸ਼ਨ ਆ ਵੱਧ ਜਾਂਦਾ ਹੈ, ਜਿਹਨਾਂ ਨੂੰ ਅਸੀਂ ਐਂਡੋਰਫਿਨਸ ਕਹਿੰਦੇ ਹਾਂ। ਔਰ ਜਦੋਂ ਬੰਦਾ ਐਕਸਰਸਾਈਜ਼ ਕਰਦਾ ਹੈ ਜਾਂ ਜਦੋਂ ਬੰਦਾ ਸੈਰ ਕਰਦਾ ਹੈ ਜਾਂ ਇਸ ਤਰ੍ਹਾਂ ਦੇ ਚੀਜ਼ਾਂ ਕਰਦਾ ਹੈ, ਜਿਵੇਂ ਤੁਸੀਂ ਹੋਰ ਕਿਹਾ ਕੁਦਰਤ ਨੂੰ ਮੰਨਣਾ, ਉਸ ਦੌਰਾਨ ਵੀ ਜਿਹੜਾ ਉਹ ਐਂਡੋਰਫਿਨਸ ਦਾ ਲੈਵਲ ਹੈਗਾ ਦਿਮਾਗ ਦੇ ਵਿੱਚ ਵੱਧ ਜਾਂਦਾ ਹੈ। ਤੋ ਇਸ ਤਰ੍ਹਾਂ ਦੇ ਤਰੀਕੇ ਜਿਹੜੇ ਹੈ ਉਹ ਸਾਰੇ ਹੈਲਪਫੁਲ। ਰੀਡਿੰਗ, ਮਿਊਜ਼ਿਕ, ਉਹ ਵੀ ਸਾਰੇ ਉਹਦੇ ਵਿੱਚ ਹੀ ਆਉਂਦੇ ਆ। ਡਾਕਟਰ ਕੋਲ ਜਾਣ ਤੇ ਮੈਡੀਸਨ ਲੈਣ ਦੀ ਲੋੜ ਕਿਸ ਕੁ ਪੜਾਅ ਤੇ ਜਾ ਕੇ ਪੈਂਦੀ ਹੈ, ਤੇ ਤੁਸੀਂ ਕਿੰਨੀ ਕੁ ਇਹ ਜ਼ਰੂਰੀ ਸਮਝਦੇ ਹੋ? ਜਦੋਂ ਇਹ ਆਪਣੇ ਤੌਰ ਤੇ ਜਿਹੜੀਆਂ ਗੱਲਾਂ ਹੈਗੀਆਂ, ਜਿਵੇਂ ਦੋਸਤਾਂ ਦੇ ਨਾਲ ਗੱਲ ਕਰਨੀ ਜਾਂ ਕਿਸੇ ਕੋਈ ਕਾਉਂਸਲਰ, ਕਈ ਆਪਣੇ ਪਹਿਲਾਂ ਪਰਿਵਾਰਾਂ ਦੇ ਵਿੱਚ ਤਾਂ ਵੱਡਾ ਬਜ਼ੁਰਗ ਹੁੰਦਾ ਸੀ ਕੋਈ, ਉਹਦੇ ਨਾਲ ਬੈਠ ਕੇ ਬੰਦਾ ਗੱਲ ਕਰ ਲੈਂਦਾ ਸੀਗਾ, ਤਾਂ ਉਹ ਇੱਕ ਕਾਉਂਸਲਰ ਹੀ ਹੁੰਦੇ ਸੀਗੇ। ਤੋ ਇਹ ਤਰੀਕੇ ਜਿਹੜੇ ਜਦੋਂ ਕਰਨ ਦੇ ਬਾਵਜੂਦ ਵੀ ਬੰਦੇ ਨੂੰ ਲੱਗਦਾ ਕਿ ਜਿਹੜੀ ਮਾਨਸਿਕ ਉਲਝਣ ਹੈ ਉਹ ਖਤਮ ਨਹੀਂ ਹੋ ਰਹੀ, ਨੈਗੇਟਿਵ ਥਾਟਸ ਆ ਰਹੇ ਦਿਮਾਗ ਦੇ ਵਿੱਚ, ਜਾਂ ਬੰਦੇ ਦਾ ਜਿਹੜਾ ਮੂਡ ਹੈ ਉਹ ਹਮੇਸ਼ਾ ਲੋ ਰਹਿੰਦਾ, ਲੋ એનર્ਜੀ ਫੀਲ ਕਰਦਾ, ਕੁਝ ਕਰਨ ਨੂੰ ਕੰਮ ਕਰਨ ਨੂੰ ਮਨ ਨਹੀਂ ਕਰਦਾ, ਜਾਂ ਕੁਝ ਕਿਸੇ ਨਾਲ ਗੱਲਬਾਤ ਕਰਨ ਨੂੰ ਮਨ ਨਹੀਂ ਕਰਦਾ। ਔਰ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੇ ਤਰੀਕੇ ਹੈਗੇ ਜਦੋਂ ਇਹ ਕੰਮ ਨਹੀਂ ਕਰਦੇ, ਔਰ ਬੰਦੇ ਦੇ ਫਿਰ ਇਸ ਤਰ੍ਹਾਂ ਦੇ ਦਿਮਾਗ ਵਿੱਚ ਵਿਚਾਰ ਆਉਣ ਲੱਗ ਜਾਂਦੇ ਆ ਕਿ ਨਹੀਂ ਸ਼ਾਇਦ ਇਹ ਠੀਕ ਨਹੀਂ ਹੋਣਾ, ਇਸੇ ਤਰ੍ਹਾਂ ਹੀ ਚੱਲਣਾ, ਔਰ ਹੋਪਲੈਸਨੈਸ ਜਿਹੜੀ ਉਹ ਆਉਣ ਲੱਗ ਜਾਂਦੀ, ਤੇ ਉਹ ਇੱਕ ਬਹੁਤ ਸੀਰੀਅਸ ਸਾਈਨ ਹੁੰਦਾ ਹੈ ਡਿਪਰੈਸ਼ਨ ਦਾ, ਤੇ ਉਸ ਵੇਲੇ ਡਾਕਟਰ ਕੋਲ ਜਾਣਾ ਜ਼ਰੂਰੀ ਹੈ, ਤੇ ਉਹਦੇ ਵਿੱਚ ਫਿਰ ਮੈਡੀਸਿਨਸ ਹੈਲਪ ਕਰ ਸਕਦੀਆਂ। ਡਿਪਰੈਸ਼ਨ ਨੂੰ ਮੋਟੇ ਤੌਰ ਤੇ ਤੁਸੀਂ ਦੋ ਤਰੀਕੇ ਦੇ ਨਾਲ ਦੇਖ ਸਕਦੇ ਹੋ। ਇੱਕ ਤਾਂ ਉਹ ਡਿਪਰੈਸ਼ਨ ਹੁੰਦੀ ਹੈ ਜਿਹੜੀ ਕਿਸੇ ਨਾ ਕਿਸੇ ਬਾਹਰੀ ਕਾਰਨਾਂ ਕਰਕੇ ਹੁੰਦੀ ਹੈ, ਜਿਹਦੇ ਵਿੱਚ ਕੋਈ ਸਟ੍ਰੈਸ ਹੁੰਦੀ ਹੈ, ਕਿਸੇ ਤਰ੍ਹਾਂ ਦੇ ਕੋਈ ਲਾਸ ਹੋਇਆ, ਕੋਈ ਨੁਕਸਾਨ ਹੋਇਆ ਕਿਸੇ ਦਾ, ਜਾਂ ਕਿਸੇ ਦੀ ਡੈਥ ਹੋ ਗਈ ਹੈ ਨਜ਼ਦੀਕੀ ਦੀ। ਤੋ ਉਸ ਤਰ੍ਹਾਂ ਦੇ ਹਾਲਾਤ ਜਿਹੜੇ, ਜਾਂ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਕੋਵਿਡ ਦਾ, ਜਾਂ ਇਸ ਤਰ੍ਹਾਂ ਦੇ ਮਾਹੌਲ ਕਰਕੇ ਜਿਹੜੀ ਡਿਪਰੈਸ਼ਨ ਹੁੰਦੀ ਹੈ ਬੰਦੇ ਨੂੰ, ਉਹਨੂੰ ਰਿਐਕਟਿਵ ਡਿਪਰੈਸ਼ਨ ਕਹਿ ਸਕਦੇ ਹੋ ਤੁਸੀਂ। ਉਹਦੇ ਵਿੱਚ ਜ਼ਿਆਦਾਤਰ ਜਿਹੜਾ ਉਹ, ਜਿਵੇਂ ਤੁਸੀਂ ਪਹਿਲਾਂ ਗੱਲਾਂ ਕਹੀਆਂ, ਪੋਜ਼ਿਟਿਵ ਲਾਈਫ ਸਟਾਈਲ ਤੇ ਲੋਕਾਂ ਦੇ ਨਾਲ ਕੰਟੈਕਟ ਰੱਖਣਾ, ਆਪਣੇ ਵਰਗੀ ਸੋਚ ਦੇ ਲੋਕਾਂ ਦੇ ਨਾਲ ਕੰਟੈਕਟ ਰੱਖਣਾ ਖਾਸ ਕਰਕੇ, ਔਰ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਨਾ ਜਿਹਦੇ ਵਿੱਚ ਬੰਦੇ ਨੂੰ ਲੱਗੇ ਕਿ ਮੇਰਾ ਕੋਈ ਰੋਲ ਹੈਗਾ। ਜਿਵੇਂ ਕਈ ਲੋਕ ਕੁਝ ਸੋਸ਼ਲ ਵਰਕ ਦੇ ਵਿੱਚ ਪੈ ਜਾਂਦੇ ਆ, ਜਾਂ ਕਿਸੇ ਦੀ ਹੈਲਪ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ, ਉਹ ਵੀ ਇੱਕ ਥੈਰੇਪਿਊਟਿਕ ਕੰਮ ਹੁੰਦਾ, ਤੇ ਉਹ ਇਸ ਤਰ੍ਹਾਂ ਦੀ ਵਿੱਚ ਇਹ ਚੀਜ਼ਾਂ ਸਾਰੀਆਂ ਕੰਮ ਆਉਂਦੀਆਂ। ਲੇਕਿਨ ਇੱਕ ਡਿਪਰੈਸ਼ਨ ਇਹੋ ਜਿਹੀ ਵੀ ਹੁੰਦੀ ਹੈ ਜਿਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਕੋਈ ਬਾਹਰੀ ਕਾਰਨ ਹੋਵੇ, ਕਿ ਉਹ ਅੰਦਰੋਂ ਹੀ ਐਂਡੋਜੀਨਸ ਟਾਈਪ ਡਿਪਰੈਸ਼ਨ ਉਹਨੂੰ ਕਹਿੰਦੇ ਆ, ਕਿ ਆਦਮੀ ਬਗੈਰ ਕਿਸੇ ਕਾਰਨ ਦੇ ਹੀ ਉਦਾਸ ਰਹਿਣ ਲੱਗ ਜਾਂਦਾ, ਔਰ ਉਹਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਔਰ ਹਰ ਚੀਜ਼ ਜਿਹੜੀ ਇੰਜੋਏ ਕਰਦਾ ਸੀ ਪਹਿਲਾਂ ਉਹ ਇੰਜੋਏ ਕਰਨਾ ਬੰਦ ਕਰ ਦਿੰਦਾ, ਔਰ ਉਸ ਤਰ੍ਹਾਂ ਦੇ ਥਾਟਸ ਆਉਣ ਲੱਗ ਜਾਂਦੇ ਦਿਮਾਗ ਵਿੱਚ ਕਿ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ, ਜਾਂ ਮੇਰੀ ਬਿਲਕੁਲ ਬੋਝ ਹੈ ਦੂਸਰਿਆਂ ਤੇ, ਔਰ ਇਹਨੂੰ ਖਤਮ ਕਰ ਲੈਣਾ ਚਾਹੀਦਾ। ਤੋ ਔਰ ਉਹਦੇ ਵਿੱਚ ਇੱਕ ਹੋਰ ਚੀਜ਼ ਦੇਖੀ ਗਈ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਡਿਪਰੈਸ਼ਨ ਹੁੰਦੀ ਹੈ ਉਹ ਆਮ ਤੌਰ ਤੇ ਸਵੇਰੇ ਸਵੇਰੇ ਜਦੋਂ ਬੰਦਾ ਉੱਠਦਾ ਹੈ ਉਸ ਵੇਲੇ ਜ਼ਿਆਦਾ ਫੋਰਸਫੁਲ ਹੁੰਦੀ ਹੈ, ਉਸ ਵੇਲੇ ਜ਼ਿਆਦਾ ਇਫੈਕਟ ਹੁੰਦਾ ਉਸਦਾ, ਔਰ ਹੌਲੀ ਹੌਲੀ ਜਿਸ ਤਰ੍ਹਾਂ ਦਿਨ ਵੱਧਦਾ, ਜਿਸ ਤਰ੍ਹਾਂ ਬੰਦਾ ਸ਼ਾਮ ਤੱਕ ਕਾਫੀ ਹੱਦ ਤੱਕ ਪਹਿਲਾਂ ਤੋਂ ਬੈਟਰ ਹੋ ਜਾਂਦਾ। ਤੋ ਇਸ ਨੂੰ ਡਾਇਰਨਲ ਵੇਰੀਏਸ਼ਨ ਕਹਿੰਦੇ ਸਿੰਪਟਮਸ ਦੀ, ਕਿ ਸਵੇਰੇ ਜ਼ਿਆਦਾ ਖਰਾਬ ਔਰ ਸ਼ਾਮ ਨੂੰ ਥੋੜਾ ਬੈਟਰ ਹੋ ਜਾਣਾ। ਇਹ ਇਸ ਦੀ ਨਿਸ਼ਾਨੀ ਹੈ ਕਿ ਇਹ ਇੱਕ ਤਰ੍ਹਾਂ ਦੀ ਬਾਇਓਲੋਜੀਕਲ ਤਰ੍ਹਾਂ ਦੀ ਬਿਮਾਰੀ ਹੈ, ਤੇ ਉਹਦੇ ਵਿੱਚ ਮੁੱਖ ਤੌਰ ਤੇ ਦਵਾਈਆਂ ਹੀ, ਐਂਟੀ ਡਿਪਰੈਸੈਂਟ ਜਿਹੜੇ ਹੈ ਉਹਨਾਂ ਦਾ ਰੋਲ ਹੈ। ਕਾਉਂਸਲਿੰਗ, ਸਾਈਕੋਥੈਰੇਪੀ ਦਾ ਵੀ ਉਹਦੇ ਵਿੱਚ ਇਫੈਕਟ ਹੁੰਦਾ, ਪਰ ਉਹਦੇ ਵਿੱਚ ਮੈਡੀਸਿਨਸ ਜ਼ਰੂਰੀ ਹੋ ਜਾਂਦੀਆਂ। ਜੀ ਡਾਕਟਰ ਸਾਹਿਬ, ਤੁਸੀਂ ਸਾਨੂੰ COVID-19 ਦੇ ਚੱਲਦਿਆਂ ਡਿਪਰੈਸ਼ਨ, ਨਿਰਾਸ਼ਾ ਤੋਂ ਬਚਣ ਲਈ ਅਤੇ ਖੁਦਕੁਸ਼ੀ ਜਿਹੇ ਨਾ ਵਾਲੇ ਖਿਆਲਾਂ ਤੋਂ ਬਚਣ ਲਈ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਤੁਸੀਂ ਬਹੁਤ ਆਪਣੇ ਬਹੁਮੁੱਲੇ ਸੁਝਾਅ ਦਿੱਤੇ। ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ, ਤੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ ਅਤੇ ਸਾਡੀਆਂ ਵੀਡੀਓਜ਼ ਅੱਗੇ ਸ਼ੇਅਰ ਕਰਦੇ ਰਹੋ। ਅਸੀਂ
ਵੱਧ ਤੋਂ ਵੱਧ ਖਬਰਾਂ ਅਤੇ ਵੱਧ ਤੋਂ ਵੱਧ ਇਸ ਤਰ੍ਹਾਂ ਦੀਆਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡਾਕਟਰ ਮਿੰਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।